ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਰੀਕੈਪ ਵਿੱਚ ਤੁਹਾਡਾ ਸਵਾਗਤ ਹੈ। ਮੂਵੀ ਦੀ ਸ਼ੁਰੂਆਤ ਵਿੱਚ ਸਾਨੂੰ ਜਾਪਾਨ ਦੀ ਇੱਕ ਮਿਥੀਕਲ ਰਾਣੀ ਦੇ ਬਾਰੇ ਦੱਸਿਆ ਜਾਂਦਾ ਹੈ, ਜਿਸ ਦੇ ਕੋਲ ਜ਼ਿੰਦਗੀ ਤੇ ਮੌਤ ਦੇਣ ਦੀ ਸ਼ਕਤੀ ਸੀ। ਉਹ ਰਾਣੀ ਜਿਸ ਨੂੰ ਵੀ ਟੱਚ ਕਰਦੀ ਸੀ, ਉਸ ਦੀ ਮੌਤ ਹੋ ਜਾਂਦੀ ਸੀ। ਹੁਣ ਉੱਥੋਂ ਦੇ ਜਨਰਲ ਨੇ ਉਸ ਰਾਣੀ ਨੂੰ ਕਿਤੇ ਦੂਰ ਪਹਾੜਾਂ ਵਿੱਚ ਦਫਨਾ ਦਿੱਤਾ ਸੀ, ਕਿਉਂਕਿ ਉਸ ਦੀ ਇਹ ਸ਼ੈਤਾਨੀਅਤ ਹੋਰ ਜ਼ਿਆਦਾ ਨਾ ਫੈਲ ਸਕੇ। ਰਿਚਰਡ ਨੇ ਉਸ ਦੇ ਤਾਬੂਤ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਸ ਦੇ ਸਿਰ ਉੱਤੇ ਇੰਨਾ ਜਨੂਨ ਸਵਾਰ ਹੋ ਗਿਆ ਕਿ ਉਸਨੇ ਆਪਣੀ ਫੈਮਿਲੀ ਦੀ ਵੀ ਪਰਵਾਹ ਨਹੀਂ ਕੀਤੀ। ਤੇ ਰਿਚਰਡ ਦੀ ਇੱਕ ਕੁੜੀ ਵੀ ਸੀ, ਲਾਰਾ, ਜਿਸ ਨੂੰ ਉਹ ਇਕੱਲੀ ਛੱਡ ਕੇ ਚਲਾ ਗਿਆ ਸੀ। ਹੁਣ ਸਾਨੂੰ ਮੂਵੀ ਵਿੱਚ ਲਾਰਾ ਦਿਖਾਈ ਜਾਂਦੀ ਹੈ, ਜੋ ਕਿ ਹੁਣ ਇੱਕ ਬਾਕਸਰ ਬਣ ਚੁੱਕੀ ਹੈ। ਇਸ ਤੋਂ ਬਾਅਦ ਜਿਮ ਦਾ ਓਨਰ ਉੱਥੇ ਆਂਦਾ ਹੈ ਤੇ ਲਾਰਾ ਨੂੰ ਕਹਿੰਦਾ ਹੈ ਕਿ ਤੇਰੀ ਜਿਮ ਦੀ ਫੀਸ ਵੀ ਹਲੇ ਬਾਕੀ ਹੈ। ਤੇ ਇੱਥੇ ਹੀ ਸਾਨੂੰ ਲਾਰਾ ਦੀ ਸਟੋਰੀ ਬਾਰੇ ਪਤਾ ਚੱਲਦਾ ਹੈ ਕਿ ਲਾਰਾ ਦੇ ਫਾਦਰ ਰਿਚਰਡ ਸੀ, ਜੋ ਕਿ ਉਹ ਰਾਣੀ ਦੀ ਤਲਾਸ਼ ਵਿੱਚ ਨਿਕਲੇ ਸੀ ਤੇ ਉਹ ਕਦੀ ਵਾਪਸ ਆਏ ਹੀ ਨਹੀਂ। ਤੇ ਇਸ ਤੋਂ ਬਾਅਦ ਉੱਥੋਂ ਦੀ ਗਵਰਨਮੈਂਟ ਨੇ ਅਨਾਉਂਸ ਕਰ ਦਿੱਤਾ ਕਿ ਉਹ ਮਰ ਚੁੱਕੇ ਨੇ। ਪਰ ਲਾਰਾ ਦੇ ਕੋਲ ਪੈਸਿਆਂ ਦੀ ਕੋਈ ਵੀ ਕਮੀ ਨਹੀਂ ਸੀ। ਉਸਦੇ ਪਿਤਾ ਨੇ ਉਸਦੇ ਲਈ ਬਹੁਤ ਸਾਰੀ ਪ੍ਰਾਪਰਟੀ ਛੱਡੀ ਸੀ, ਪਰ ਉਹ ਇਹ ਸਭ ਮੰਨਣ ਦੇ ਲਈ ਤਿਆਰ ਹੀ ਨਹੀਂ ਸੀ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸਦੇ ਪਿਤਾ ਦੀ ਬਿਜ਼ਨਸ ਪਾਰਟਨਰ ਵੀ ਵਾਰ-ਵਾਰ ਉਸ ਨੂੰ ਸਮਝਾਉਂਦੀ ਸੀ, ਪਰ ਫਿਰ ਵੀ ਲਾਰਾ ਪ੍ਰਾਪਰਟੀ ਦੇ ਪੇਪਰਸ ਤੇ ਸਾਈਨ ਕਰਨ ਲਈ ਮਨਾ ਕਰ ਦਿੰਦੀ ਹੈ। ਲਾਰਾ ਨੂੰ ਹਲੇ ਵੀ ਇਹ ਉਮੀਦ ਸੀ ਕਿ ਉਸਦੇ ਪਿਤਾ ਹਲੇ ਜਿੰਦਾ ਨੇ, ਪਰ ਅੰਤ ਵਿੱਚ ਉਸਦੇ ਪਿਤਾ ਦੀ ਬਿਜ਼ਨਸ ਪਾਰਟਨਰ ਲਾਰਾ ਨੂੰ ਸਾਈਨ ਕਰਨ ਦੇ ਲਈ ਮਨਾ ਲੈਂਦੀ ਹੈ, ਕਿਉਂਕਿ ਜੇ ਲਾਰਾ ਉਹ ਪੇਪਰ ਸਾਈਨ ਨਾ ਕਰਦੀ ਤੇ ਉਸਦੀ ਸਾਰੀ ਪ੍ਰਾਪਰਟੀ ਇੱਕ ਆਕਸ਼ਨ ਦੇ ਵਿੱਚ ਚਲੀ ਜਾਂਦੀ। ਤੇ ਜਦੋਂ ਉਹ ਪੇਪਰ ਸਾਈਨ ਕਰ ਰਹੀ ਸੀ ਤੇ ਉਸਨੂੰ ਪਤਾ ਚੱਲਦਾ ਹੈ ਕਿ ਉਸਦੇ ਪਿਤਾ ਨੇ ਉਸ ਲਈ ਇੱਕ ਗਿਫਟ ਛੱਡਿਆ ਹੈ, ਜੋ ਕਿ ਇੱਕ ਜੈਪਨੀਜ਼ ਪਜ਼ਲ ਹੈ। ਜਿਸ ਪਜ਼ਲ ਨੂੰ ਸੋਲਵ ਕਰਨ ਉੱਤੇ ਉਸਨੂੰ ਉਸ ਵਿੱਚੋਂ ਇੱਕ ਸੀਕ੍ਰੇਟ ਨੋਟ ਵੀ ਮਿਲਦਾ ਹੈ। ਤੇ ਜਦੋਂ ਉਹ ਨੋਟ ਪੜ੍ਹਦੀ ਹੈ ਤੇ ਜਲਦ ਹੀ ਆਪਣੇ ਦਿਮਾਗ ਨੂੰ ਚਲਾਉਂਦੀ ਹੈ ਤੇ ਉਸ ਜਗ੍ਹਾ ਉੱਤੇ ਚਲੀ ਜਾਂਦੀ ਹੈ। ਉਹ ਐਡਰੈਸ ਉਸਦੇ ਫਾਦਰ ਦੇ ਟੌਂਬ ਦਾ ਸੀ। ਤੇ ਜਦੋਂ ਉਹ ਉੱਥੇ ਜਾਂਦੀ ਹੈ ਤੇ ਆਪਣੇ ਫਾਦਰ ਦੇ ਨੇਮ ਦੇ ਫਸਟ ਲੈਟਰ ਨੂੰ ਦਬਾਉਂਦੀ ਹੈ ਤੇ ਜੋ ਉਹਨੂੰ ਚਾਬੀ ਮਿਲੀ ਸੀ ਉਸ ਦੇ ਨਾਲ ਉਹਨੂੰ ਓਪਨ ਕਰਦੀ ਹੈ ਤੇ ਨਾਲ ਹੀ ਉੱਥੇ ਇੱਕ ਕੇਵ ਦਾ ਡੋਰ ਓਪਨ ਹੋ ਜਾਂਦਾ ਹੈ, ਜਿੱਥੇ ਜਾ ਕੇ ਉਸਨੂੰ ਪਤਾ ਚੱਲਦਾ ਹੈ ਕਿ ਉਸਦੇ ਪਿਤਾ ਸਭ ਤੋਂ ਜ਼ਿਆਦਾ ਟਾਈਮ ਕਿੱਥੇ ਗੁਜ਼ਾਰਿਆ ਕਰਦੇ ਸੀ। ਤੇ ਉੱਥੇ ਉਸਨੂੰ ਆਪਣੇ ਪਿਤਾ ਦਾ ਇੱਕ ਕੈਮਰਾ ਵੀ ਮਿਲਦਾ ਹੈ, ਜਿਸ ਵਿੱਚ ਉਸਦੇ ਪਿਤਾ ਦਾ ਇੱਕ ਮੈਸੇਜ ਰਿਕਾਰਡ ਸੀ। ਤੇ ਜਦੋਂ ਲਾਰਾ ਉਸ ਵੀਡੀਓ ਨੂੰ ਦੇਖਦੀ ਹੈ ਤੇ ਜਿਸ ਵਿੱਚ ਉਸਦੇ ਪਿਤਾ ਦੱਸ ਰਹੇ ਸੀ ਕਿ ਮੈਂ ਇਹ ਪ੍ਰੂਫ ਕਰਨ ਦੇ ਲਈ ਬਾਹਰ ਨਿਕਲ ਗਿਆ ਕਿ ਸੁਪਰਨੈਚੁਰਲ ਪਾਵਰਸ ਹੁੰਦੀਆਂ ਨੇ, ਤੇ ਨਾਲ ਹੀ ਮੈਨੂੰ ਜਾਪਾਨ ਦੀ ਰਾਣੀ ਦੇ ਬਾਰੇ ਪਤਾ ਚੱਲਿਆ ਤੇ ਮੈਂ ਉਹਨੂੰ ਤਲਾਸ਼ ਕਰਨ ਦੇ ਲਈ ਨਿਕਲ ਗਿਆ। ਤੇਰੀ ਮਾਂ ਨੂੰ ਖੋਣ ਦੇ ਬਾਅਦ ਮੈਂ ਬਹੁਤ ਜ਼ਿਆਦਾ ਸਦਮੇ ਵਿੱਚ ਸੀ, ਇਸੇ ਕਾਰਨ ਮੈਂ ਉਹ ਰਾਣੀ ਦੀ ਕਬਰ ਦੀ ਤਲਾਸ਼ ਵਿੱਚ ਨਿਕਲਿਆ ਸੀ ਕਿ ਸਪਿਰਿਟਸ ਦੀ ਮਦਦ ਦੇ ਨਾਲ ਮੈਂ ਤੇਰੀ ਮਾਂ ਨੂੰ ਇਸ ਦੁਨੀਆ ਵਿੱਚ ਵਾਪਸ ਲਿਆ ਸਕਾਂ। ਪਰ ਤੈਨੂੰ ਹੁਣ ਮੇਰਾ ਇਹ ਕੰਮ ਕਰਨਾ ਪਵੇਗਾ ਤੇ ਉਸ ਰਾਣੀ ਦੇ ਕੋਲ ਜਿੰਨੀ ਵੀ ਇਨਫੋਰਮੇਸ਼ਨ ਹੈ ਤੈਨੂੰ ਉਹ ਸਾਰੀ ਡਿਸਟਰੋਏ ਕਰਨੀ ਹੋਵੇਗੀ, ਕਿਉਂਕਿ ਇਹ ਕਿਸੇ ਗਲਤ ਇਨਸਾਨ ਦੇ ਹੱਥ ਨਾ ਲੱਗ ਸਕਣ। ਤੇ ਲਾਰਾ ਜਦੋਂ ਇਹ ਮੈਸੇਜ ਸੁਣਦੀ ਹੈ ਤੇ ਉੱਥੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਲੱਗ ਪੈਂਦੀ ਹੈ। ਤੇ ਜਦੋਂ ਉੱਥੇ ਲਾਰਾ ਸਾਰੀ ਇਨਫੋਰਮੇਸ਼ਨ ਪੜ੍ਹਦੀ ਹੈ ਤੇ ਉਹਨੂੰ ਪਤਾ ਚੱਲਦਾ ਹੈ ਕਿ ਉਸਦੇ ਪਿਤਾ ਦੀ ਮਦਦ ਕਿਸਨੇ ਕੀਤੀ ਸੀ। ਹੁਣ ਉਹ ਆਪਣੇ ਪਿਤਾ ਦੀਆਂ ਕੁਝ ਚੀਜ਼ਾਂ ਨੂੰ ਉਧਾਰ ਰੱਖ ਕੇ ਕੁਝ ਪੈਸੇ ਜਮ੍ਹਾਂ ਕਰਦੀ ਹੈ ਤੇ ਹਾਂਗਕਾਂਗ ਦੇ ਲਈ ਨਿਕਲ ਜਾਂਦੀ ਹੈ। ਤੇ ਜਲਦ ਹੀ ਉਹ ਸ਼ਿਪ ਨੂੰ ਲੱਭਣ ਲੱਗ ਪੈਂਦੀ ਹੈ, ਜਿੱਥੇ ਲਾਸਟ ਵਾਰੀ ਉਸਦੇ ਪਿਤਾ ਨੂੰ ਉਹ ਸ਼ਿਪ ਦੇ ਕੋਲ ਦੇਖਿਆ ਗਿਆ ਸੀ। ਪਰ ਜਦੋਂ ਉੱਥੇ ਲਾਰਾ ਉਹ ਸ਼ਿਪ ਲੱਭ ਰਹੀ ਸੀ ਤੇ ਉੱਥੇ ਕੁਝ ਚੋਰ ਆ ਜਾਂਦੇ ਨੇ ਤੇ ਉਸਦਾ ਬੈਗ ਚੋਰੀ ਕਰਕੇ ਭੱਜਣ ਲੱਗ ਪੈਂਦੇ ਨੇ। ਪਰ ਉਹਨਾਂ ਲੋਕਾਂ ਨੇ ਗਲਤ ਲੜਕੀ ਨਾਲ ਪੰਗਾ ਪਾ ਲਿਆ ਸੀ ਤੇ ਲਾਰਾ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਉਹਨਾਂ ਨੂੰ ਫੜ ਕੇ ਆਪਣੀ ਬਾਕਸਿੰਗ ਸਕਿੱਲਸ ਦੇ ਨਾਲ ਹਰਾ ਦਿੰਦੀ ਹੈ ਅਤੇ ਆਪਣਾ ਬੈਗ ਵਾਪਸ ਕਰਨ ਉੱਤੇ ਮਜਬੂਰ ਕਰ ਦਿੰਦੀ ਹੈ। ਇਸ ਤੋਂ ਬਾਅਦ ਲਾਰਾ ਨੂੰ ਉਹ ਸ਼ਿਪ ਵੀ ਮਿਲ ਗਿਆ ਸੀ। ਤੇ ਜਦੋਂ ਲਾਰਾ ਉਸ ਸ਼ਿਪ ਦੇ ਮਾਲਕ ਨਾਲ ਗੱਲ ਕਰਦੀ ਹੈ ਤੇ ਉਹ ਸ਼ਿਪ ਦਾ ਮਾਲਕ ਦੱਸਦਾ ਹੈ ਕਿ ਮੇਰੇ ਪਿਤਾ ਨੇ ਤੇਰੇ ਪਿਤਾ ਦੀ ਮਦਦ ਕੀਤੀ ਸੀ, ਪਰ ਤੇਰੇ ਪਿਤਾ ਦੇ ਨਾਲ ਮੇਰੇ ਪਿਤਾ ਵੀ ਅੱਜ ਤੱਕ ਕਦੀ ਵਾਪਸ ਨਹੀਂ ਆਏ ਤੇ ਮੈਨੂੰ ਕੁਝ ਵੀ ਨਹੀਂ ਪਤਾ ਉਹ ਜਿੰਦਾ ਨੇ ਜਾਂ ਮਰ ਚੁੱਕੇ ਨੇ। ਪਰ ਲਾਰਾ ਉਸ ਸ਼ਿਪ ਦੇ ਮਾਲਕ ਨੂੰ ਕਹਿੰਦੀ ਹੈ ਕਿ ਅਸੀਂ ਦੋਨੋਂ ਮਿਲ ਕੇ ਆਪਣੇ ਪਿਤਾ ਨੂੰ ਲੱਭ ਸਕਦੇ ਹਾਂ, ਕਿਉਂਕਿ ਲਾਰਾ ਨੂੰ ਆਪਣੇ ਪਿਤਾ ਦੀ ਇਨਫੋਰਮੇਸ਼ਨ ਦੇ ਮਦਦ ਦੇ ਨਾਲ ਉਹ ਆਈਲੈਂਡ ਦਾ ਪਤਾ ਚੱਲ ਗਿਆ ਸੀ। ਪਰ ਲਾਰਾ ਨੂੰ ਇਹ ਨਹੀਂ ਪਤਾ ਸੀ ਕਿ ਉਹ ਆਈਲੈਂਡ ਕਿੰਨਾ ਜ਼ਿਆਦਾ ਖਤਰਨਾਕ ਹੈ, ਇਸੇ ਲਈ ਉਹ ਬੰਦਾ ਉੱਥੇ ਜਾਣ ਲਈ ਮਨਾ ਕਰ ਦਿੰਦਾ ਹੈ। ਪਰ ਜਦੋਂ ਲਾਰਾ ਉਸ ਬੰਦੇ ਨੂੰ ਥੋੜੇ ਪੈਸਿਆਂ ਦਾ ਲਾਲਚ ਦਿੰਦੀ ਹੈ, ਕਿਉਂਕਿ ਉਸ ਆਦਮੀ ਉੱਤੇ ਪਹਿਲਾਂ ਹੀ ਬਹੁਤ ਜ਼ਿਆਦਾ ਕਰਜ਼ ਸੀ, ਇਸੇ ਲਈ ਉਹ ਥੋੜੇ ਪੈਸਿਆਂ ਦੇ ਲਈ ਹੀ ਉਸ ਦੀ ਮਦਦ ਕਰਨ ਲਈ ਮੰਨ ਜਾਂਦਾ ਹੈ। ਹੁਣ ਸਫ਼ਰ ਦੇ ਦੌਰਾਨ ਲਾਰਾ ਆਪਣੇ ਫਾਦਰ ਦੇ ਸਾਰੇ ਪਜ਼ਲਸ ਨੂੰ ਸੋਲਵ ਕਰਦੀ ਹੈ ਤੇ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਰਾਣੀ ਹਿਮਿਕੋ ਦੇ ਪਿੱਛੇ ਹੋਰ ਵੀ ਕੋਈ ਖਤਰਨਾਕ ਗਰੁੱਪ ਸੀ, ਜੋ ਕਿ ਉਸ ਰਾਣੀ ਨੂੰ ਲੱਭਣ ਦੀ ਤਲਾਸ਼ ਵਿੱਚ ਸੀ। ਤੇ ਜਦੋਂ ਲਾਰਾ ਪਜ਼ਲ ਸੋਲਵ ਕਰਦੀ ਹੀ ਸ਼ਿਪ ਵਿੱਚ ਸੋ ਗਈ ਸੀ ਤੇ ਨਾਲ ਹੀ ਉਹ ਇੱਕ ਝਟਕੇ ਨਾਲ ਉੱਠ ਜਾਂਦੀ ਹੈ, ਕਿਉਂਕਿ ਉਹਨਾਂ ਦੀ ਸ਼ਿਪ ਉਸ ਆਈਲੈਂਡ ਉੱਤੇ ਪਹੁੰਚ ਚੁੱਕੀ ਸੀ ਤੇ ਉੱਥੇ ਬਹੁਤ ਹੀ ਵੱਡੀਆਂ ਲਹਿਰਾਂ ਆ ਰਹੀਆਂ ਸੀ। ਤੇ ਜਦੋਂ ਉਹ ਆਦਮੀ ਸ਼ਿਪ ਨੂੰ ਕੰਟਰੋਲ ਨਹੀਂ ਕਰ ਪਾਉਂਦਾ
ਤੇ ਉਹ ਲਾਰਾ ਨੂੰ ਛਾਲ ਮਾਰਨ ਲਈ ਕਹਿੰਦਾ ਹੈ ਤੇ ਲਾਰਾ ਆਪਣੇ ਪਿਤਾ ਦੇ ਸਾਰੇ ਕਾਗਜ਼ਾਂ ਨੂੰ ਸਮੇਟ ਰਹੀ ਸੀ। ਇੰਨੇ ਵਿੱਚ ਹੀ ਇੱਕ ਲਹਿਰ ਆਂਦੀ ਹੈ ਤੇ ਲਾਰਾ ਨੂੰ ਆਪਣੇ ਨਾਲ ਲੈ ਜਾਂਦੀ ਹੈ, ਪਰ ਉਹ ਤੂਫਾਨ ਇੰਨਾ ਜ਼ਿਆਦਾ ਖਤਰਨਾਕ ਸੀ, ਲਾਰਾ ਉਸ ਤੋਂ ਬਚਦੀ ਸਮੁੰਦਰ ਵਿੱਚ ਕੁੱਦ ਜਾਂਦੀ ਹੈ ਤੇ ਨਾਲ ਹੀ ਉਹਨਾਂ ਦਾ ਸ਼ਿਪ ਇੱਕ ਪੱਥਰ ਨਾਲ ਟਕਰਾ ਚੁੱਕਿਆ ਸੀ ਤੇ ਉਹਨਾਂ ਦੀ ਸ਼ਿਪ ਦੇ ਟੁਕੜੇ ਹੋ ਜਾਂਦੇ ਨੇ। ਤੇ ਜਦੋਂ ਲਾਰਾ ਨੂੰ ਹੋਸ਼ ਆਂਦਾ ਹੈ ਤੇ ਉਹ ਇੱਕ ਗਰੁੱਪ ਦੇ ਸਾਹਮਣੇ ਸੀ ਤੇ ਉਸ ਗਰੁੱਪ ਦਾ ਲੀਡਰ ਦੱਸਦਾ ਹੈ ਕਿ ਉਸ ਰਾਣੀ ਦੇ ਟੌਂਬ ਨੂੰ, ਉਸ ਰਾਣੀ ਦੀ ਕਬਰ ਨੂੰ ਲੱਭਣ ਦੇ ਚੱਕਰ ਵਿੱਚ ਮੈਂ ਤੇਰੇ ਪਿਤਾ ਦੀ ਜਾਨ ਲੈ ਲਿੱਤੀ। ਤੇ ਹੁਣ ਜਦੋਂ ਲਾਰਾ ਦੇ ਬੈਗ ਵਿੱਚੋਂ ਉਹਨਾਂ ਨੂੰ ਲਾਰਾ ਦੇ ਪਿਤਾ ਦਾ ਜਰਨਲ ਮਿਲਦਾ ਹੈ, ਹੁਣ ਉਹ ਲੋਕ ਲਾਰਾ ਨੂੰ ਵੀ ਲੇਬਰ ਬਣਾ ਲੈਂਦੇ ਨੇ ਅਤੇ ਹਿਮੋਕੋ ਦੀ ਐਡਰੈਸ ਵੱਲ ਨਿਕਲ ਪੈਂਦੇ ਨੇ। ਪਰ ਉੱਥੇ ਹੀ ਉਹ ਸ਼ਿਪ ਵਾਲਾ ਆਦਮੀ ਵੀ ਸੀ। ਹੁਣ ਉਹ ਲਾਰਾ ਦੀ ਮਦਦ ਕਰਦਾ ਹੈ ਤੇ ਲਾਰਾ ਨੂੰ ਭੱਜਣ ਲਈ ਕਹਿੰਦਾ ਹੈ, ਪਰ ਲਾਰਾ ਜਦੋਂ ਉਹ ਜਗ੍ਹਾ ਤੋਂ ਭੱਜ ਰਹੀ ਸੀ ਤੇ ਉਹ ਭੱਜਦੇ ਇੱਕ ਤੇਜ਼ ਪਾਣੀ ਦੀ ਲਹਿਰ ਵਿੱਚ ਡੁੱਬ ਜਾਂਦੀ ਹੈ। ਇਸ ਤੋਂ ਪਹਿਲੇ ਕਿ ਲਾਰਾ ਡੁੱਬ ਜਾਂਦੀ, ਉੱਥੇ ਉਹਨੂੰ ਇੱਕ ਕ੍ਰੈਸ਼ ਪਲੇਨ ਮਿਲਦਾ ਹੈ। ਉਹ ਉਸ ਨੂੰ ਫੜ ਲੈਂਦੀ ਹੈ, ਪਰ ਉਹ ਵਿਚਾਰੀ ਉੱਥੇ ਕੀ ਕਰਦੀ, ਉਸ ਦੇ ਵਜਨ ਨਾਲ ਉਹ ਪਲੇਨ ਉੱਥੋਂ ਟੁੱਟਣ ਲੱਗ ਪੈਂਦਾ ਹੈ ਤੇ ਲਾਰਾ ਉੱਥੇ ਹਿੰਮਤ ਦਿਖਾਉਂਦੀ ਹੈ ਤੇ ਉੱਥੋਂ ਛਾਲ ਮਾਰ ਕੇ ਪਲੇਨ ਦੇ ਮੇਨ ਪਾਰਟ ਨੂੰ ਫੜ ਲੈਂਦੀ ਹੈ। ਪਰ ਉਸ ਦੇ ਆਰਾਮ ਕਰਨ ਤੋਂ ਪਹਿਲੇ ਹੀ ਉਹ ਪਲੇਨ ਉੱਥੋਂ ਪੂਰਾ ਦਾ ਪੂਰਾ ਟੁੱਟ ਜਾਂਦਾ ਹੈ ਤੇ ਥੱਲੇ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਨਾਲ ਹੀ ਲਾਰਾ ਨੂੰ ਉਸ ਪਲੇਨ ਵਿੱਚੋਂ ਇੱਕ ਪੈਰਾਸ਼ੂਟ ਮਿਲਦਾ ਹੈ ਤੇ ਉਹ ਪੈਰਾਸ਼ੂਟ ਨੂੰ ਖੋਲਦੀ ਹੈ ਤੇ ਜੰਗਲ ਵਿੱਚ ਕ੍ਰੈਸ਼ ਲੈਂਡਿੰਗ ਕਰ ਲੈਂਦੀ ਹੈ। ਰਾਤ ਹੋ ਗਈ ਸੀ। ਉਸ ਨੂੰ ਜੰਗਲ ਵਿੱਚ ਕੋਈ ਵੀ ਨਜ਼ਰ ਨਹੀਂ ਆਉਂਦਾ ਜੋ ਉਸ ਦੀ ਮਦਦ ਕਰਦਾ ਤੇ ਨਾਲ ਹੀ ਉਸ ਨੂੰ ਇੱਕ ਆਦਮੀ ਦੇਖ ਕੇ ਭੱਜ ਜਾਂਦਾ ਹੈ। ਨਾਲ ਹੀ ਲਾਰਾ ਉਸ ਦਾ ਪਿੱਛਾ ਕਰਦੀ ਹੈ ਤੇ ਇਹ ਆਦਮੀ ਕੋਈ ਹੋਰ ਨਹੀਂ ਬਲਕਿ ਉਸ ਦੇ ਪਿਤਾ ਸੀ। ਲਾਰਾ ਦੇ ਪਿਤਾ ਆਪਣੀ ਬੇਟੀ ਨੂੰ ਇੰਨੇ ਸਾਲਾਂ ਦੇ ਬਾਅਦ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਤੇ ਉਹਨਾਂ ਦੀ ਅੱਖਾਂ ਵਿੱਚੋਂ ਅਥਰੂ ਆ ਰਹੇ ਸੀ। ਤੇ ਸਵੇਰ ਹੁੰਦੇ ਹੀ ਲਾਰਾ ਆਪਣੇ ਪਿਤਾ ਨੂੰ ਉਸ ਗਰੁੱਪ ਬਾਰੇ ਦੱਸਦੀ ਹੈ ਜਿਨ੍ਹਾਂ ਲੋਕਾਂ ਨੇ ਉਸ ਦੇ ਪਿਤਾ ਦੀ ਬੁੱਕ ਲੈ ਲਿੱਤੀ ਸੀ, ਜਿਸ ਵਿੱਚ ਉਸ ਦੇ ਪਿਤਾ ਨੇ ਸਾਰੀ ਇਨਫੋਰਮੇਸ਼ਨ ਲਿਖੀ ਹੋਈ ਸੀ। ਇਹ ਸਭ ਸੁਣ ਕੇ ਲਾਰਾ ਦੇ ਪਿਤਾ ਬਹੁਤ ਨਾਰਾਜ਼ ਹੁੰਦੇ ਨੇ ਤੇ ਕਹਿੰਦੇ ਨੇ, ਲਾਰਾ ਤੂੰ ਮੇਰਾ ਮੈਸੇਜ ਨਹੀਂ ਸੁਣਿਆ, ਮੈਂ ਤੈਨੂੰ ਕਿਹਾ ਸੀ ਕਿ ਤੈਨੂੰ ਇਹ ਚੀਜ਼ਾਂ ਨੂੰ ਡਿਸਟਰੋਏ ਕਰਨਾ ਪਵੇਗਾ, ਪਰ ਹੁਣ ਤੈਨੂੰ ਪਤਾ ਹੈ ਪੂਰੀ ਦੁਨੀਆ ਖਤਰੇ ਵਿੱਚ ਹੈ। ਤੇ ਲਾਰਾ ਜਲਦ ਹੀ ਉਸ ਜਗ੍ਹਾ ਵੱਲ ਨਿਕਲ ਪੈਂਦੀ ਹੈ ਜਿੱਥੇ ਉਹ ਗਰੁੱਪ ਹੈ ਤੇ ਉੱਥੇ ਜਾ ਕੇ ਤੀਰਾਂ ਦੀ ਬਰਸਾਤ ਕਰ ਦਿੰਦੀ ਹੈ। ਇੰਨੇ ਵਿੱਚ ਹੀ ਉਹਨਾਂ ਲੋਕਾਂ ਨੂੰ ਉਹ ਟੌਂਬ ਤੇ ਮਿਲ ਜਾਂਦਾ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਦੀ ਐਂਟਰੈਂਸ ਕਿੱਧਰ ਹੈ ਤੇ ਨਾਲ ਹੀ ਉੱਥੇ ਲਾਰਾ ਦੇ ਪਿਤਾ ਵੀ ਪਹੁੰਚ ਚੁੱਕੇ ਸੀ। ਪਰ ਉਸ ਗਰੁੱਪ ਦਾ ਲੀਡਰ ਲਾਰਾ ਦੇ ਪਿਤਾ ਨੂੰ ਫੜ ਲੈਂਦਾ ਹੈ। ਇਸੇ ਕਾਰਨ ਲਾਰਾ ਨੂੰ ਹੀ ਉਸ ਐਂਟਰੈਂਸ ਦੀ ਪਜ਼ਲ ਨੂੰ ਸੋਲਵ ਕਰਨਾ ਪੈਂਦਾ ਹੈ, ਪਰ ਲਾਰਾ ਆਪਣਾ ਦਿਮਾਗ ਲਗਾ ਕੇ ਉਸ ਪਜ਼ਲ ਨੂੰ ਸੋਲਵ ਕਰ ਲੈਂਦੀ ਹੈ ਤੇ ਉਸ ਟੌਂਬ ਦਾ ਡੋਰ ਓਪਨ ਹੋ ਜਾਂਦਾ ਹੈ ਤੇ ਹੁਣ ਉੱਥੇ ਇੱਕ ਕਰਕੇ ਸਾਰੇ ਲੋਕ ਉਸ ਗੁਫਾ ਦੇ ਅੰਦਰ ਜਾਣਾ ਸ਼ੁਰੂ ਹੋ ਜਾਂਦੇ ਨੇ। ਪਰ ਉੱਥੇ ਹੀ ਇੱਕ ਗਲਤ ਕਦਮ ਦੇ ਕਾਰਨ ਉਸ ਲੀਡਰ ਦੇ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਥੋੜੀ ਅੱਗੇ ਜਾਣ ਤੋਂ ਬਾਅਦ ਉਹ ਇੱਕ ਖਾਈ ਦੇਖਦੇ ਨੇ ਤੇ ਉਹ ਖਾਈ ਵਿੱਚ ਬਹੁਤ ਸਾਰੇ ਸਕੈਲੇਟਨ ਸਨ, ਜੋ ਦੇਖ ਕੇ ਉਹ ਬਹੁਤ ਜ਼ਿਆਦਾ ਸ਼ੌਕ ਹੋ ਜਾਂਦੇ ਨੇ। ਉਹਨਾਂ ਨੂੰ ਇੱਕ ਦੀਵਾਰ ਉੱਤੇ ਇੱਕ ਪਜ਼ਲ ਵੀ ਮਿਲਦੀ ਹੈ। ਜਦੋਂ ਉਹ ਇਹ ਪਜ਼ਲ ਨੂੰ ਦੇਖ ਹੀ ਰਹੇ ਸੀ, ਇੰਨੇ ਵਿੱਚ ਹੀ ਕੇਵ ਦਾ ਦਰਵਾਜ਼ਾ ਆਪੇ ਬੰਦ ਹੋ ਜਾਂਦਾ ਹੈ ਤੇ ਉਹਨਾਂ ਦੇ ਪੈਰਾਂ ਵਿੱਚੋਂ ਜ਼ਮੀਨ ਖਤਮ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਇੱਥੇ ਲਾਰਾ ਵੀ ਬਹੁਤ ਮੁਸ਼ਕਿਲ ਨਾਲ ਬਚਦੀ ਹੈ। ਤੇ ਜਦੋਂ ਦੁਬਾਰਾ ਉਹਨਾਂ ਦੀ ਨਜ਼ਰ ਉਸ ਦੀਵਾਰ ਉੱਤੇ ਪੈਂਦੀ ਹੈ ਤੇ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇਹ ਪਜ਼ਲ ਹੀ ਇੱਥੋਂ ਨਿਕਲਣ ਦਾ ਰਾਸਤਾ ਹੈ ਤੇ ਹੁਣ ਉੱਥੇ ਉਹ ਅਲੱਗ-ਅਲੱਗ ਕਿਸਮ ਦੇ ਅਲੱਗ-ਅਲੱਗ ਕਲਰ ਦੇ ਕਲੂਸ ਲਗਾਉਂਦੇ ਨੇ, ਪਰ ਇੱਕ ਵੀ ਕਲੂ ਫਿੱਟ ਨਹੀਂ ਹੋ ਰਿਹਾ ਸੀ। ਪਰ ਲਾਰਾ ਨੂੰ ਜਲਦੀ ਹੀ ਸਮਝ ਆਉਂਦੀ ਹੈ ਕਿ ਗ੍ਰੀਨ ਕਲਰ ਆਜ਼ਾਦੀ ਦਾ ਕਲਰ ਹੈ ਤੇ ਨਾਲ ਹੀ ਉਹ ਬਲੂ ਤੇ ਰੈੱਡ ਕਲਰ ਨੂੰ ਮਿਕਸ ਕਰਕੇ ਗ੍ਰੀਨ ਕਲਰ ਬਣਾਉਂਦੀ ਹੈ ਤੇ ਉੱਥੋਂ ਦਾ ਦਰਵਾਜ਼ਾ ਓਪਨ ਹੋ ਜਾਂਦਾ ਹੈ। ਇਹ ਦਰਵਾਜ਼ਾ ਖੁੱਲਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਉਹ ਰਾਣੀ ਦਾ ਟੌਂਬ ਨਜ਼ਰ ਆਉਂਦਾ ਹੈ ਤੇ ਜਦੋਂ ਉਹ ਤਾਬੂਤ ਨੂੰ ਖੋਲਦੇ ਨੇ, ਉਹਨਾਂ ਨੂੰ ਉਹ ਰਾਣੀ ਪੂਰੀ ਇਨਸਾਨ ਲੱਗ ਰਹੀ ਸੀ, ਪਰ ਵੇਖਦੇ ਹੀ ਵੇਖਦੇ ਉਹ ਇੱਕ ਸਕੈਲੇਟਨ ਵਿੱਚ ਬਦਲ ਜਾਂਦੀ ਹੈ। ਤੇ ਜਦੋਂ ਉਹ ਲੀਡਰ ਦਾ ਆਦਮੀ ਇਹ ਰਾਣੀ ਨੂੰ ਚੁੱਕ ਰਿਹਾ ਸੀ ਤੇ ਉਹ ਬੰਦੇ ਦੇ ਹੱਥ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਤੇ ਇਸ ਦਰਦਨਾਕ ਇਨਫੈਕਸ਼ਨ ਦੇ ਕਾਰਨ ਉਹ ਆਦਮੀ ਬਹੁਤ ਹੀ ਦਰਦਨਾਕ ਮੌਤ ਮਰਦਾ ਹੈ। ਪਰ ਲਾਰਾ ਜਦੋਂ ਇੱਥੇ ਸਾਰੀ ਪਜ਼ਲਸ ਤੇ ਪੇਂਟਿੰਗਸ ਨੂੰ ਦੇਖਦੀ ਹੈ ਤੇ ਉਹਨੂੰ ਸਮਝ ਆਉਂਦਾ ਹੈ ਕਿ ਇਹ ਰਾਣੀ ਕੋਈ ਜਾਦੂਗਰਨੀ ਨਹੀਂ ਸੀ, ਬਲਕਿ ਇਹਨੂੰ ਤੇ ਕੋਈ ਇਨਫੈਕਸ਼ਨ ਹੋ ਗਿਆ ਸੀ ਤੇ ਇਹੀ ਵਜ੍ਹਾ ਸੀ ਜਿਸ ਨੂੰ ਉਹ ਰਾਣੀ ਹੱਥ ਲਗਾਉਂਦੀ ਸੀ ਤੇ ਉਹ ਮਰ ਜਾਂਦਾ ਸੀ ਤੇ ਉਸਨੇ ਆਪਣੇ ਆਪ ਨੂੰ ਹੀ ਇੱਥੇ ਦਫਨ ਕਰਵਾਇਆ ਸੀ। ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਵਜ੍ਹਾ ਨਾਲ ਪੂਰੀ ਦੁਨੀਆ ਖਤਮ ਹੋ ਜਾਂਦੀ। ਰਿਚਰਡ ਤੇ ਲਾਰਾ ਉਸ ਲੀਡਰ ਨੂੰ ਮਨਾ ਕਰਦੇ ਨੇ ਕਿ ਸਾਨੂੰ ਇਸ ਚੀਜ਼ ਨੂੰ ਇੱਥੋਂ ਨਹੀਂ ਲੈ ਕੇ ਜਾਣਾ ਚਾਹੀਦਾ, ਪਰ ਉਹ ਬੰਦਾ ਇਹਨਾਂ ਦੀ ਕੋਈ ਗੱਲ ਨਹੀਂ ਮੰਨਦਾ ਤੇ ਉਹ ਰਾਣੀ ਦੀ ਇੱਕ ਉਂਗਲੀ ਕੱਟ ਕੇ ਆਪਣੇ ਕੋਲ ਰੱਖ ਲੈਂਦਾ ਹੈ। ਪਰ ਹੁਣ ਉਹ ਲੀਡਰ ਤੇ ਉੱਥੋਂ ਰਾਣੀ ਦੀ ਇੱਕ ਉਂਗਲੀ ਲੈ ਗਿਆ ਸੀ ਤੇ ਇੰਨੇ ਵਿੱਚ ਹੀ ਉੱਥੇ ਰਾਣੀ ਦੇ ਸੋਲਜਰ ਆ ਜਾਂਦੇ ਨੇ। ਉਹ ਲਾਰਾ ਤੇ ਅਟੈਕ ਕਰ ਦਿੰਦੇ ਨੇ ਤੇ ਹੁਣ ਇੱਕ ਸੋਲਜਰ ਨੂੰ ਟੱਚ ਕਰਨ ਦੇ ਕਾਰਨ ਲਾਰਾ ਦੇ ਪਿਤਾ ਨੂੰ ਇਨਫੈਕਸ਼ਨ ਹੋ ਗਿਆ ਸੀ। ਲਾਰਾ ਜਦੋਂ ਆਪਣੇ ਪਿਤਾ ਦੇ ਕੋਲ ਆਂਦੀ ਹੈ ਤੇ ਉਸਦੇ ਪਿਤਾ ਉਹਨੂੰ ਸਮਝਾਉਂਦੇ ਨੇ, ਸਾਡੇ ਵਿੱਚੋਂ ਕਿਸੇ ਇੱਕ ਨੂੰ ਇੱਥੇ ਰਹਿ ਕੇ ਇਹ ਟੌਂਬ ਨੂੰ ਡਿਸਟਰੋਏ ਕਰਨਾ
ਹੋਵੇਗਾ ਤਾਂ ਕਿ ਕੋਈ ਦੁਬਾਰਾ ਇਸ ਟੌਮ ਨੂੰ ਲੱਭ ਨਾ ਸਕੇ। ਤੇ ਹੁਣ ਵੈਸੇ ਵੀ ਬੇਟਾ ਮੈਂ ਨਹੀਂ ਬਚ ਸਕਦਾ ਤੇ ਹੁਣ ਤੈਨੂੰ ਮੈਨੂੰ ਛੱਡ ਕੇ ਇੱਥੇ ਜਾਣਾ ਪਵੇਗਾ। ਤੇ ਲਾਰਾ ਜਦੋਂ ਇਹ ਸੁਣਦੀ ਹੈ, ਜਿਸ ਨੂੰ ਆਪਣੇ ਫਾਦਰ ਇੰਨੇ ਸਾਲਾਂ ਬਾਅਦ ਮਿਲੇ ਸੀ, ਉਹ ਬਹੁਤ ਜ਼ਿਆਦਾ ਟੁੱਟ ਜਾਂਦੀ ਹੈ। ਉਹ ਬਹੁਤ ਜ਼ਿਆਦਾ ਰੋਂਦੀ ਹੈ, ਪਰ ਹੁਣ ਉਹ ਆਪਣੇ ਫਾਦਰ ਨੂੰ ਆਖਰੀ ਗੁੱਡ ਬਾਏ ਕਹਿੰਦੀ ਹੈ। ਤੇ ਹੁਣ ਉਹ ਉੱਥੇ ਉਹ ਲੀਡਰ ਵੋਗਲ ਨੂੰ ਲੱਭਣ ਲੱਗ ਪੈਂਦੀ ਹੈ ਤੇ ਲਾਰਾ ਨੂੰ ਉਹ ਲੀਡਰ ਮਿਲ ਜਾਂਦਾ ਹੈ। ਲਾਰਾ ਉਸ ਨੂੰ ਚੰਗੀ ਤਰ੍ਹਾਂ ਕੁੱਟਦੀ ਹੈ, ਪਰ ਉਹ ਬੰਦਾ ਲਾਰਾ ਉੱਤੇ ਵੀ ਕਾਫੀ ਭਾਰਾ ਪੈਂਦਾ ਹੈ। ਪਰ ਲਾਰਾ ਜੋ ਉਂਗਲੀ ਉਹ ਲੀਡਰ ਉੱਥੋਂ ਲੈ ਕੇ ਆਇਆ ਸੀ, ਉਹੀ ਉਂਗਲੀ ਫੜ ਕੇ ਉਸਦੇ ਮੂੰਹ ਵਿੱਚ ਖੁਬਾ ਕੇ ਉਸ ਨੂੰ ਧੱਕਾ ਮਾਰ ਕੇ ਉਹੀ ਸਕੈਲੇਟਨਸ ਦੀ ਖਾਈ ਵਿੱਚ ਸੁੱਟ ਦਿੰਦੀ ਹੈ। ਤੇ ਇੰਨੇ ਵਿੱਚ ਹੀ ਉੱਥੇ ਟੌਮ ਵੀ ਬਲਾਸਟ ਹੋ ਜਾਂਦਾ ਹੈ। ਲਾਰਾ ਦੌੜਦੀ ਗੇਟ ਦੇ ਵੱਲ ਆ ਜਾਂਦੀ ਹੈ, ਪਰ ਨਾਲ ਹੀ ਉੱਥੇ ਫਸ ਜਾਂਦੀ ਹੈ। ਪਰ ਉਸਦਾ ਇਹ ਚੰਗਾ ਟਾਈਮ ਸੀ। ਇੰਨੇ ਵਿੱਚ ਹੀ ਉਹ ਸ਼ਿਪ ਦਾ ਓਨਰ ਆ ਕੇ ਉੱਥੇ ਉਸ ਨੂੰ ਬਚਾ ਲੈਂਦਾ ਹੈ। ਉੱਥੇ ਇੱਕ ਹੈਲੀਕਾਪਟਰ ਵੀ ਆ ਗਿਆ ਸੀ ਤੇ ਉਸ ਹੈਲੀਕਾਪਟਰ ਨੂੰ ਹਾਈਜੈਕ ਕਰਨ ਤੋਂ ਬਾਅਦ ਸਾਰੇ ਲੋਕ ਬਿਲਕੁਲ ਸਹੀ ਸਲਾਮਤ ਉਸ ਆਈਲੈਂਡ ਵਿੱਚੋਂ ਬਾਹਰ ਆ ਜਾਂਦੇ ਨੇ। ਹੁਣ ਸਾਨੂੰ ਲਾਰਾ ਨੂੰ ਲੰਡਨ ਵਿੱਚ ਦਿਖਾਇਆ ਜਾਂਦਾ ਹੈ, ਜਿੱਥੇ ਕਿ ਉਸਨੇ ਆਪਣੇ ਪਿਤਾ ਦੀ ਸਾਰੀ ਪ੍ਰਾਪਰਟੀ ਨੂੰ ਐਕਸੈਪਟ ਕਰ ਲਿੱਤਾ ਸੀ। ਪਰ ਜਦੋਂ ਲਾਰਾ ਉੱਥੇ ਆਪਣੀ ਕੰਪਨੀ ਦੀ ਲਿਸਟਸ ਨੂੰ ਦੇਖ ਰਹੀ ਸੀ ਤੇ ਨਾਲ ਹੀ ਉਹਨੂੰ ਪਤਾ ਚੱਲਦਾ ਹੈ ਇੱਕ ਐਸੀ ਕੰਪਨੀ ਦੇ ਬਾਰੇ ਵਿੱਚ ਜੋ ਸੁਪਰਨੈਚੁਰਲ ਚੀਜ਼ਾਂ ਦੀ ਮਦਦ ਦੇ ਨਾਲ ਇਸ ਦੁਨੀਆ ਉੱਤੇ ਕਬਜ਼ਾ ਕਰਨਾ ਚਾਹੁੰਦੀ ਸੀ। ਉਹ ਕੰਪਨੀ ਦੀ ਓਨਰ ਹੋਰ ਕੋਈ ਨਹੀਂ ਬਲਕਿ ਉਹੀ ਔਰਤ ਸੀ ਜੋ ਉਸਦੇ ਪਿਤਾ ਦੀ ਪਾਰਟਨਰ ਸੀ, ਜਿਸ ਨੂੰ ਅਸੀਂ ਮੂਵੀ ਦੀ ਸਟਾਰਟ ਵਿੱਚ ਦੇਖਿਆ ਸੀ। ਇਹ ਉਸ ਬਿਜ਼ਨਸ ਪਾਰਟਨਰ ਐਨਾ ਦਾ ਹੀ ਕੰਮ ਸੀ, ਲਾਰਾ ਨੂੰ ਬਿਜ਼ਨਸ ਦੀਆਂ ਗੱਲਾਂ ਵਿੱਚ ਉਲਝਾਈ ਰੱਖਣਾ ਤਾਂ ਕਿ ਉਹ ਇਸ ਦੇ ਕੰਮ ਵਿੱਚ ਨਾ ਆ ਸਕੇ। ਪਰ ਲਾਰਾ ਨੂੰ ਜੋ ਕਿ ਹੁਣ ਸਾਰੀ ਸੱਚਾਈ ਪਤਾ ਚੱਲ ਚੁੱਕੀ ਸੀ ਤੇ ਹੁਣ ਉਹ ਡਿਸਾਈਡ ਕਰਦੀ ਹੈ ਕਿ ਹੁਣ ਉਹ ਇਹਨਾਂ ਦਾ ਮੁਕਾਬਲਾ ਕਰੇਗੀ ਤੇ ਉਹਨਾਂ ਨੂੰ ਉਹਨਾਂ ਦੇ ਗਲਤ ਮਕਸਦ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀ। ਇੱਥੇ ਹੀ ਇਹ ਮੂਵੀ ਖਤਮ ਹੋ ਜਾਂਦੀ ਹੈ। ਜੇ ਤੁਹਾਨੂੰ ਇਹ ਫਿਲਮ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।